ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 9ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ। ਤੋ ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਇਸੇ ਅਧਿਆਇ ਦੇ ਵਿੱਚੋਂ ਕੁਝ ਰਚਨਾਵਾਂ ਤ੍ਰਿਭੁਜ ਦੀਆਂ ਕਿਵੇਂ ਕਰਨੀਆਂ ਨੇ ਉਹਦੇ ਬਾਰੇ ਆਪਾਂ ਜਾਣਾਂਗੇ। ਸੋ ਵਿਦਿਆਰਥੀਓ, ਅੱਗੇ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਕੋਲ ਨੋਟਬੁੱਕ, ਪੈਨ ਤੇ ਜਿਓਮੈਟਰੀ ਦਾ ਸਾਰਾ ਸਮਾਨ ਜ਼ਰੂਰ ਕੋਲ ਰੱਖ ਲੈਣਾ ਹੈ ਤਾਂ ਕਿ ਹਰ ਇੱਕ ਰਚਨਾ ਨੂੰ ਤੁਸੀਂ ਵੀ ਨਾਲ ਕਰਕੇ ਦੇਖ ਸਕੋ। तो आओ देखते हैं ਅੱਜ ਸਭ ਤੋਂ ਪਹਿਲੀ ਰਚਨਾ 11.5 ਇੱਕ ਤ੍ਰਿਭੁਜ ਦੀ ਰਚਨਾ ਕਰਨਾ ਜਿਸ ਵਿੱਚ ਆਧਾਰ ਦਾ ਇੱਕ ਕੋਣ ਅਤੇ ਬਾਕੀ ਦੋ ਭੁਜਾਵਾਂ ਦਾ ਅੰਤਰ ਦਿੱਤਾ ਗਿਆ ਹੋਵੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਥੋੜਾ ਜਿਹਾ ਸਮਝ ਲੈਂਦੇ ਹਾਂ ਕਿ ਅਸੀਂ ਕਿਹੋ ਜਿਹੀ ਤ੍ਰਿਭੁਜ ਦੀ ਰਚਨਾ ਕਰਨੀ ਹੈ ਜਿਹਦੇ ਵਿੱਚ ਸਾਨੂੰ ਇੱਕ ਆਧਾਰ ਦਿੱਤਾ ਗਿਆ ਹੈ, ਆਧਾਰ ਦਾ ਇੱਕ ਕੋਣ ਵੀ ਦਿੱਤਾ ਗਿਆ ਹੈ, ਆਧਾਰ ਦੀ ਲੰਬਾਈ ਦਿੱਤੀ ਗਈ ਹੈ, ਆਧਾਰ ਦਾ ਇੱਕ ਕੋਣ ਦਿੱਤਾ ਗਿਆ ਤੇ ਦੂਸਰੀਆਂ ਦੋਨੋਂ ਭੁਜਾਵਾਂ ਦਾ ਅੰਤਰ ਜਿਹੜਾ ਉਹ ਦਿੱਤਾ ਗਿਆ ਹੈ। ਹੁਣ ਇਹਨੂੰ ਅਸੀਂ ਥੋੜਾ ਜਿਹਾ ਸਮਝਾਂਗੇ। ਅਗਰ ਸਾਨੂੰ BC ਆਧਾਰ ਦਿੱਤਾ ਗਿਆ, ਮੰਨ ਲਓ ਕਿ ਸਾਨੂੰ ਸਤਸਮ ਜਿਹੜਾ ਦਿੱਤਾ ਗਿਆ, ਠੀਕ ਹੈ, ਉਸ ਤੋਂ ਬਾਅਦ ਕੋਣ B ਜਿਹੜਾ ਇਹ 60 ਡਿਗਰੀ ਦਿੱਤਾ ਗਿਆ ਮੰਨ ਲੈਂਦੇ ਹਾਂ ਅਸੀਂ। ਠੀਕ ਹੈ, ਤਾਂ ਦੂਸਰੀਆਂ ਦੋਨੋਂ ਭੁਜਾਵਾਂ ਦਾ ਜਦੋਂ ਅਸੀਂ ਅੰਤਰ ਕਹਿੰਦੇ ਹਾਂ ਕਿ ਦੂਜੀਆਂ ਦੋਨੋਂ ਭੁਜਾਵਾਂ ਦਾ ਜਦੋਂ ਤੁਸੀਂ ਜੋੜ, ਲਾਸਟ ਲੈਸਨ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਆਧਾਰ ਦਾ ਇੱਕ ਕੋਣ ਤੇ ਦੂਸਰੀਆਂ ਦੋਨੋਂ ਭੁਜਾਵਾਂ ਦਾ ਜੋੜ ਸਾਨੂੰ ਦਿੱਤਾ ਹੋਇਆ ਸੀ, ਪਰ ਇਹਦੇ ਵਿੱਚ ਸਾਨੂੰ ਮਾਈਨਸ AC ਸਾਨੂੰ ਦਿੱਤਾ ਹੋਏ ਜਾਂ ਹੋ ਸਕਦਾ ਹੈ AC ਮਾਈਨਸ AB ਦਿੱਤਾ ਹੋਵੇ। ਭਾਵ ਕਿ ਇੱਕ ਤੇ ਇਹ ਸੰਭਾਵਨਾ ਹੈ ਕਿ ਜਿਹੜਾ ਸਾਨੂੰ ਆਧਾਰ ਵਾਲਾ ਕੋਣ ਦਿੱਤਾ ਹੋਇਆ ਇਹਦੇ ਨਾਲ ਵਾਲੀ ਜਿਹੜੀ ਭੁਜਾ ਉਹ ਸਾਨੂੰ ਵੱਡੀ ਦਿੱਤੀ ਹੋਈ। ਠੀਕ ਹੈ, ਅਗਰ AB ਵੱਡੀ ਹੈ ਤਾਂ ਸਾਨੂੰ AB ਘਟਾਓ AC ਜਿਹੜਾ ਅੰਤਰ ਹੈ ਉਹ ਦਿੱਤਾ ਹੋਏਗਾ। ਔਰ ਇਹ ਵੀ ਸੰਭਾਵਨਾ ਹੈ ਕਿ ਆਧਾਰ ਵਾਲੇ ਕੋਣ ਦੇ ਨਾਲ ਵਾਲੀ ਜਿਹੜੀ ਭੁਜਾ ਹੈ ਉਹ ਸਾਨੂੰ ਸਵਾਲ ਦੇ ਵਿੱਚ ਛੋਟੀ ਦਿੱਤੀ ਹੋਈ। ਠੀਕ ਹੈ, ਭਾਵ ਕਿ AC ਜਿਹੜੀ ਭੁਜਾ ਵੱਡੀ ਦਿੱਤੀ ਹੋਈ, ਉਸ ਵੇਲੇ ਜਿਹੜਾ ਅੰਤਰ ਹੈ ਸਾਨੂੰ ਉਹ AC ਘਟਾਓ AB ਦਿੱਤਾ ਜਾਏਗਾ। ਠੀਕ ਹੈ, ਤਾਂ ਅਸੀਂ ਦੋਨੋਂ ਹੀ ਹਾਲਾਤਾਂ ਦੇ ਵਿੱਚ ਕਿਵੇਂ ਰਚਨਾ ਕਰਨੀ ਹੈ, ਦੋਨੋਂ ਰਚਨਾਵਾਂ ਅਸੀਂ ਆਪਾਂ ਦੇਖਾਂਗੇ। ਸਭ ਤੋਂ ਪਹਿਲਾਂ ਅਸੀਂ ਪਹਿਲੀ ਰਚਨਾ ਜਿਹਦੇ ਵਿੱਚ ਸਾਨੂੰ AB ਘਟਾਓ AC ਦਿੱਤਾ ਹੋਏਗਾ ਉਹ ਰਚਨਾ ਅਸੀਂ ਦੇਖਾਂਗੇ। ਉਸ ਤੋਂ ਬਾਅਦ ਫਿਰ ਦੂਸਰੀ ਰਚਨਾ ਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਤਾਂ ਆਓ ਪਹਿਲੀ ਸਥਿਤੀ ਵਿੱਚ ਕਿਵੇਂ ਰਚਨਾ ਕਰਨੀ ਹੈ ਉਹ ਦੇਖਦੇ ਹਾਂ। ਸੋ ਵਿਦਿਆਰਥੀਓ, ਪਹਿਲੀ ਸਥਿਤੀ ਦੇ ਵਿੱਚ ਜਦੋਂ ਸਾਡੇ ਕੋਲ AB ਭੁਜਾ ਜਿਹੜੀ AC ਤੋਂ ਵੱਡੀ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਜਿਹੜਾ ਅੰਤਰ ਹੈ ਉਹ AB ਘਟਾਓ AC ਦਿੱਤਾ ਹੈ, ਤਾਂ ਉਹਦੇ 'ਚ ਅਸੀਂ ਕਿਵੇਂ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਸਾਨੂੰ ਆਧਾਰ ਇਹਦੇ ਵਿੱਚ ਦਿੱਤਾ ਹੈ BC ਉਹ ਅਸੀਂ ਬਣਾਵਾਂਗੇ, ਖਿੱਚਾਂਗੇ। ਉਹ ਸਾਨੂੰ ਜਿੰਨਾ ਵੀ ਸਵਾਲ ਦੇ ਵਿੱਚ ਦਿੱਤਾ ਹੋਵੇਗਾ ਉਸ ਹਿਸਾਬ ਦੇ ਨਾਲ ਅਸੀਂ ਬਣਾ ਲਵਾਂਗੇ। ਠੀਕ ਹੈ, BC। ਇਸ ਤੋਂ ਬਾਅਦ ਜਿਹੜਾ ਕੋਣ ਸਾਨੂੰ ਦਿੱਤਾ ਹੋਇਆ ਬਿੰਦੂ B ਦੇ ਉੱਤੇ ਉਹ ਅਸੀਂ ਕੋਣ ਬਣਾ ਲਵਾਂਗੇ। ਠੀਕ ਹੈ, ਮੰਨ ਲਓ ਕਿ ਕਿਰਨ ਜਿਹੜੀ BX ਹੈ ਇਹ BC ਦੇ ਨਾਲ ਜਿਹੜਾ ਦਿੱਤਾ ਹੋਇਆ ਕੋਣ ਹੈ ਉਹ ਬਣਾਉਂਦੀ ਹੈ। ਠੀਕ ਹੈ, ਇਸ ਤੋਂ ਬਾਅਦ ਜਿਹੜਾ ਸਾਨੂੰ ਅੰਤਰ ਦਿੱਤਾ ਹੋਇਆ ਦੋਨੋਂ ਭੁਜਾਵਾਂ ਦਾ AB ਦਾ ਤੇ AC ਦਾ, AB ਘਟਾਓ AC ਜੋ ਦਿੱਤਾ ਹੈ ਉਸ ਦੀ ਬਰਾਬਰ ਲੰਬਾਈ ਦੀ ਅਸੀਂ ਇੱਕ ਰੇਖਾ ਜਿਹੜੀ ਹੈ ਰੇਖਾ ਖੰਡ ਇੱਥੋਂ BX ਦੇ ਵਿੱਚੋਂ ਕੱਟ ਲਵਾਂਗੇ। ਠੀਕ ਹੈ, ਜਿੰਨਾ ਵੀ ਉਹ ਸਾਨੂੰ ਡਿਫਰੈਂਸ ਜਿਹੜਾ ਉਹ ਦਿੱਤਾ ਹੋਏਗਾ ਉਹਦੇ ਅਨੁਸਾਰ ਅਸੀਂ ਇੱਥੇ ਚਾਪ ਲਗਾ ਕੇ ਇੱਕ ਰੇਖਾ ਖੰਡ ਜਿਹੜਾ BX ਦੇ ਵਿੱਚੋਂ ਕੱਟ ਲਵਾਂਗੇ। ਮੰਨ ਲਓ ਕਿ ਸਾਡੇ ਕੋਲ ਰੇਖਾ ਖੰਡ ਜਿਹੜਾ BD ਹੈ, ਜਿੱਥੇ ਕਿ BD ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ AB ਘਟਾਓ AC ਦੇ ਬਰਾਬਰ ਹੈ। ਠੀਕ ਹੈ, ਹੁਣ ਅਸੀਂ D ਤੇ C ਨੂੰ ਮਿਲਾ ਦਿਆਂਗੇ। DC ਨੂੰ ਜੁਆਇਨ ਕਰ ਦਿਓ। ਹੁਣ ਵਿਦਿਆਰਥੀਓ, ਲੋੜੀਂਦੀ ਤ੍ਰਿਭੁਜ ਬਣਾਉਣ ਦੇ ਲਈ ਅਸੀਂ DC ਦਾ ਲੰਬ ਸਮਦੁਭਾਜਕ ਖਿੱਚਾਂਗੇ। ਠੀਕ ਹੈ, ਪਰਪੈਂਡੀਕੂਲਰ ਬਾਈਸੈਕਟਰ ਡਰਾ ਕਰਾਂਗੇ ਅਸੀਂ DC ਰੇਖਾ ਖੰਡ ਦਾ। ਉਹਦੇ ਲਈ ਅਸੀਂ C ਨੂੰ ਕੇਂਦਰ ਮੰਨ ਕੇ ਤੇ DC ਦੇ ਅੱਧ ਤੋਂ ਥੋੜ੍ਹੀ ਜਿਹੀ ਜ਼ਿਆਦਾ ਪ੍ਰਕਾਰ ਖੋਲ੍ਹ ਕੇ ਇੱਥੇ ਇੱਕ ਕੱਟ ਲਗਾਵਾਂਗੇ। ਇਸੇ ਢੰਗ ਦੇ ਨਾਲ ਦੂਜੇ ਪਾਸੇ ਇੱਕ ਕੱਟ ਜਿਹੜਾ ਉਹ ਲਗਾ ਲਵਾਂਗੇ। ਉਨੇ ਹੀ ਪ੍ਰਕਾਰ ਖੋਲ੍ਹ ਕੇ ਬਿੰਦੂ D ਨੂੰ ਕੇਂਦਰ ਮੰਨ ਕੇ ਇੱਕ ਕੱਟ ਇੱਧਰ ਤੇ ਇੱਕ ਅਸੀਂ ਇੱਧਰ ਚਾਪ ਲਗਾਵਾਂਗੇ। ਠੀਕ ਹੈ, ਇਹ ਚਾਪਾਂ ਜਿਹੜੀਆਂ ਇਸ ਰੇਖਾ ਖੰਡ ਦੇ ਦੋਨੋਂ ਪਾਸੇ ਆਪਸ ਦੇ ਵਿੱਚ ਜ਼ਰੂਰ ਕੱਟਣੀਆਂ ਚਾਹੀਦੀਆਂ ਨੇ।
तो ये दोनों काट बिंदुओं ਨੂੰ ਜਦੋਂ ਅਸੀਂ ਜੁਆਇਨ ਕਰਾਂਗੇ ਮਿਲਾਵਾਂਗੇ ਤਾਂ ਸਾਡੇ ਕੋਲ DC ਦਾ ਲੰਬ ਸਮਦੁਭਾਜਕ ਜਿਹੜਾ ਉਹ ਖਿੱਚਿਆ ਜਾਵੇਗਾ। ठीक है, तो ये लंब समदुभाजक मान लो कि BX ਨੂੰ बिंदु A ਦੇ ਉੱਤੇ ਕੱਟ ਕਰਦਾ है। ठीक है, तो ये ਜਿਹੜਾ बिंदु A है ਇਹਨੂੰ ਅਸੀਂ C ਦੇ ਨਾਲ ਮਿਲਾ देंगे। ठीक है विद्यार्थियों, ਇਹਦੇ ਵਿੱਚ BC ਜਿਹੜਾ ਆਧਾਰ ਹੈ ਉਹ ਸਾਨੂੰ ਦਿੱਤਾ ਗਿਆ ਸੀ ਤੇ ਕੋਣ B ਜਿਹੜਾ ਉਹ ਦਿੱਤਾ ਗਿਆ ਸੀ, ਦਿੱਤਾ ਹੋਇਆ ਕੋਣ ਸੀ ਤੇ BD ਜਿਹੜਾ ਇਹ ਸਾਡੇ ਕੋਲ ਅੰਤਰ ਸੀ ਭੁਜਾਵਾਂ AB ਅਤੇ AC ਦਾ। ਠੀਕ ਹੈ, ਤਾਂ ਹੁਣ ਇਹ ਜਿਹੜੀ ABC ਤ੍ਰਿਭੁਜ ਬਣੀ ਹੈ ਇਹ ਹੀ ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ। ਠੀਕ ਹੈ, ਇਹਦੇ ਵਿੱਚ ਕਿਉਂਕਿ ਅਸੀਂ ਲੰਬ ਸਮਦੁਭਾਜਕ ਜਿਹੜਾ ਖਿੱਚਿਆ ਹੈ ਤਾਂ A ਬਿੰਦੂ ਜਿਹੜਾ ਬਿੰਦੂ D ਅਤੇ C ਤੋਂ ਦੋਨਾਂ ਤੋਂ ਬਰਾਬਰ ਦੂਰੀ ਤੇ ਹੋਵੇਗਾ, ਭਾਵ ਕਿ ਜਿਹੜੀ ਸਾਡੇ ਕੋਲ ਭੁਜਾ ਜਿਹੜਾ ਰੇਖਾਖੰਡ AD ਹੈ ਇਹਦੀ ਲੰਬਾਈ ਸਾਡੇ ਕੋਲ ਰੇਖਾਖੰਡ AC ਦੇ ਬਰਾਬਰ ਹੋਵੇਗੀ। ਠੀਕ ਹੈ, ਤਾਂ ਅਸੀਂ ਸਮਝ ਸਕਦੇ ਹਾਂ ਕਿ AB ਜਿਹੜੀ ਰੇਖਾ ਹੈ ਸਾਡੇ ਕੋਲ AB ਜਿਹੜਾ ਰੇਖਾਖੰਡ ਹੈ ਭੁਜਾ ਹੈ ਇਹ AD ਤੋਂ BD ਜ਼ਿਆਦਾ ਹੈ। ਠੀਕ ਹੈ, ਔਰ AD ਦੀ ਜਿਹੜੀ ਲੰਬਾਈ ਹੈ ਉਹ AC ਦੇ ਬਰਾਬਰ ਹੈ, ਇਸ ਲਈ ਆਪਾਂ ਕਹਿ ਸਕਦੇ ਹਾਂ ਕਿ AB ਅਤੇ AC ਦਾ ਜਿਹੜਾ ਅੰਤਰ ਹੈ ਉਹ ਸਾਡੇ ਕੋਲ BD ਹੈ। ठीक है विद्यार्थियों, तो ये साडे कोल लोड़ींदी ABC त्रिभुज बन जाती है पहली स्थिति दे विच जदों AB AC तो वड्डा है। स्थिति 1, मान लो AB वड्डा है AC तो, अर्थात AB माइनस AC दिता गया है। ठीक है, यदि रचना असी देखी है, हुण रचना दे पग जिहड़े वो लिखांगे एक एक करके। हाँ जी, सब तो पहला आधार BC खिंचो। आधार सानू जिन्ना भी दिता गया होएगा वो असीं पहला खिंचांगे। आधार BC खिंचो अते बिंदु B ते दिते गए कोण बराबर एक कोण XBC खिंचो। XBC खिंचो। ठीक है, इस तो बाद दूसरा स्टैप जिहड़ा साडे कोल आपां कीता है या आपां करना है वो साडे कोल होएगा कि किरण BX तो AB माइनस AC ਦੇ ਬਰਾਬਰ ਇੱਕ ਰੇਖਾਖੰਡ BD ਕੱਟ ਲਵੋ। ठीक है, AB माइनस AC जिन्ना भी ਇਹ ਸਾਨੂੰ ਦਿੱਤਾ ਹੋਏਗਾ ਅੰਤਰ ਉਸ ਦੇ ਸਮਾਨ ਅਸੀਂ ਇੱਕ ਰੇਖਾਖੰਡ BD ਜਿਹੜਾ ਹੈ BX ਦੇ ਵਿੱਚੋਂ ਕੱਟ ਲਵਾਂਗੇ। ਕਿਰਨ BX ਵਿੱਚੋਂ BX ਵਿੱਚੋਂ AB माइनस AC ਦੇ ਬਰਾਬਰ रेखाखंड BD कट लवो। ठीक है, इस तो बाद तीजा पॉइंट साडे कोल होएगा DC नू मिलाओ। DC नू मिलाओ अते DC दा लंब समदुभाजक खिंचो। लंब
ਸਮਦੁਪਾਜਕ ਖਿੱਚੋ। ठीक है, तो मान लो कि ये जिहड़ा DC का लंब समदुपाजक है ये किरण BX नूं बिंदु A उत्ते कटदा है। ठीक है, मान लो DC का लंब समदुपाजक किरण BX नूं बिंदु A उत्ते कटदा है। ठीक है, तो इस तो बाद असीं देखिया सी कि लंब समदुपाजक सो इस तो बाद लंब समदुपाजक BX ਨੂੰ ਜਿਸ ਬਿੰਦੂ ਤੇ ਕੱਟਦਾ ਹੈ ਉਹਦਾ ਨਾਮ ਅਸੀਂ A ਰੱਖ ਲਿਆ ਸੀ ਜਾਂ ਅਸੀਂ ਰੱਖ ਲਵਾਂਗੇ ਰਚਨਾ ਦੇ ਦੌਰਾਨ। ਠੀਕ ਹੈ, ਤੇ A ਬਿੰਦੂ ਨੂੰ ਹੁਣ ਅਸੀਂ AC ਨੂੰ ਮਿਲਾ ਦਿਆਂਗੇ ਤੇ ABC ਸਾਡੇ ਕੋਲ ਲੋੜੀਂਦੀ ਤ੍ਰਿਭੁਜ ਬਣ ਜਾਏਗੀ। ਠੀਕ ਹੈ, ਤੇ ਪੰਜਵਾਂ ਸਟੈਪ ਸਾਡੇ ਕੋਲ ਹੋਏਗਾ AC ਨੂੰ ਮਿਲਾਓ। त्रिभुज ABC ही लोड़ींदी त्रिभुज है। ठीक है विद्यार्थियों, तो ये पहली स्थिति दे विच रचना ते रचना दे पग ਆਪਾਂ ਕੀਤੇ ਨੇ। ਹੁਣ ਅਸੀਂ दूसरी स्थिति ਜਦੋਂ ਸਾਨੂੰ AC ਘਟਾਓ AB ਦਿੱਤਾ ਹੋਵੇ ਉਸ ਵੇਲੇ ਰਚਨਾ ਕਿਵੇਂ ਕਰਾਂਗੇ ਤੇ ਉਸ ਵੇਲੇ ਰਚਨਾ ਦੇ ਪਗ ਕਿਵੇਂ ਲਿਖਾਂਗੇ ਉਹ ਦੇਖਦੇ ਹਾਂ। ਵਿਦਿਆਰਥੀਓ, ਦੂਜੀ ਸਥਿਤੀ ਦੇ ਵਿੱਚ ਜਦੋਂ ਸਾਡੇ ਕੋਲ ਭੁਜਾ AC ਹੈ ਜਿਹੜੀ ਉਹ AB ਤੋਂ ਵੱਡੀ ਹੋਏਗੀ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਾਨੂੰ ਭੁਜਾਵਾਂ ਦਾ ਅੰਤਰ ਹੈ ਉਹ AC ਘਟਾਓ AB ਦਿੱਤਾ ਹੋਏਗਾ, ਤਾਂ ਉਸ ਵੇਲੇ ਅਸੀਂ ਤ੍ਰਿਭੁਜ ਦੀ ਰਚਨਾ ਕਿਸ ਢੰਗ ਦੇ ਨਾਲ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਦਿੱਤਾ ਹੋਇਆ ਜਿਹੜਾ ਆਧਾਰ ਹੈ ਉਹ ਅਸੀਂ ਬਣਾਵਾਂਗੇ। ਠੀਕ ਹੈ, ਜਿੰਨੀ ਵੀ ਉਸ ਆਧਾਰ ਦੀ ਲੰਬਾਈ ਸਾਨੂੰ ਦਿੱਤੀ ਗਈ ਹੈ ਉਹ ਅਸੀਂ ਇੱਥੇ ਉਹਨੇ ਮਾਪ ਦਾ ਰੇਖਾਖੰਡ ਇੱਕ ਖਿੱਚ ਲਵਾਂਗੇ। ਠੀਕ ਹੈ, ਤਾਂ ਇਹ ਮੰਨ ਲਓ ਸਾਡੇ ਕੋਲ BC ਦਿੱਤਾ ਹੋਇਆ ਆਧਾਰ ਹੈ। ਇਸ ਤੋਂ ਬਾਅਦ ਜੋ ਸਾਨੂੰ B ਬਿੰਦੂ ਤੇ ਕੋਣ ਜਿਹੜਾ ਦਿੱਤਾ ਹੈ ਉਹ ਕੋਣ ਬਣਾਉਂਦੀ ਹੋਈ ਇੱਕ ਕਿਰਨ ਅਸੀਂ ਇੱਥੇ ਖਿੱਚਾਂਗੇ। ਇਹ ਕੋਣ ਅਸੀਂ ਪ੍ਰਕਾਰ ਜਾਂ D ਦੀ ਮਦਦ ਦੇ ਨਾਲ ਬਣਾ ਸਕਦੇ ਹਾਂ। ਤਾਂ ਮੰਨ ਲਓ ਇਹ ਜਿਹੜੀ ਸਾਡੇ ਕੋਲ किरण BX है ये दिता होया कोण BC ਦੇ ਨਾਲ ਬਣਾਉਂਦੀ ਹੈ। ठीक है, इस किरण BX ਨੂੰ ਅਸੀਂ ਉਲਟ ਦਿਸ਼ਾ ਦੇ ਵਿੱਚ ਵੀ ਥੋੜਾ ਵਧਾ ਲਵਾਂਗੇ। ठीक है, ਹੁਣ ਅਸੀਂ ਅੰਤਰ ਜੋ ਸਾਨੂੰ ਦਿੱਤਾ ਹੋਇਆ ਹੈ AC ਘਟਾਓ AB ਉਸ ਦੇ ਬਰਾਬਰ ਇੱਕ BD ਰੇਖਾਖੰਡ ਅਸੀਂ ਉਲਟ ਦਿਸ਼ਾ ਵਿੱਚ ਵਧਾਈ ਗਈ BX ਕਿਰਨ ਦੇ ਵਿੱਚੋਂ ਕੱਟਾਂਗੇ। ਮੰਨ ਲਓ ਪ੍ਰਕਾਰ ਦਾ ਮੂੰਹ ਅਸੀਂ ਉਹਨਾਂ ਖੋਲ੍ਹਿਆ ਹੈ ਜਿੰਨਾ ਵੀ ਸਾਨੂੰ ਜਿਹੜਾ ਅੰਤਰ ਹੈ ਉਹ ਦਿੱਤਾ ਹੋਏਗਾ। ਤਾਂ ਬਿੰਦੂ B ਤੋਂ BX ਦੇ ਉਲਟ ਦਿਸ਼ਾ ਵਿੱਚ ਅਸੀਂ ਇੱਕ ਰੇਖਾਖੰਡ ਜਿਹੜਾ ਕੱਟ ਲਿਆ ਹੈ, ਇਸ ਬਿੰਦੂ ਦਾ ਨਾਮ ਅਸੀਂ D ਰੱਖ ਦਿਆਂਗੇ। ਤਾਂ BD ਦੀ ਜਿਹੜੀ ਲੰਬਾਈ ਹੈ ਉਹ AC ਘਟਾਓ AB ਦੇ ਬਰਾਬਰ ਹੈ। ਹੁਣ D ਅਤੇ C ਨੂੰ मिला देंगे। ठीक है विद्यार्थियों, हुण DC जी भुजा है DC जो रेखाखंड है इसका लंब समदुपाजक असी खिंचांगे। ठीक है, तो DC दे अध तो ज़्यादा प्रकार असी थोड़ी जी खोल लवांगे और ये दोनों पासे इस रेखा के इस भुजा के चापां असी लगावांगे। इस ढंग दे नाल सेम उन्ने ही अर्धव्यास दी चापां असी बिंदु D तो लगावांगे जिहड़ियां कि पिछलियां चापां नूं कट्टणगियां। ठीक है,
तो हुण असीं ये दोनों जिहड़े काट बिंदु साडे कोल बने ने इन्हां नूं मिला देंगे तो DC का लंब समदुभाजक जिहड़ा है परपेंडिकुलर बाइसैक्टर है वो खिंचया जाएगा। ये लंब समदुभाजक BX ਨੂੰ जिस बिंदु ते मिलता है उस बिंदु का नाम असी बिंदु A रख देवांगे। ठीक है, ये बिंदु जिहड़ा है साडे कोल DC का मध्य बिंदु होएगा। A ਨੂੰ C ਦੇ ਨਾਲ मिला देंगे असी। तो इस तरह ABC त्रिभुज जिहड़ी है ये साडे कोल लोड़ींदी त्रिभुज है। ठीक है, जिस दे विच BC जिहड़ा आधार है AV सानू दिता गया सी ते कोण जिहड़ा B वो दिता गया सी। उस तो बाद AC ते AB का जिहड़ा डिफरेंस है जिहड़ा अंतर है वो भी सानू दिता गया सी। ठीक है, तो इन्हां दोनों दे विच जिहड़ी पहली स्थिति दे विच जिहड़ी भुजा वड्डी सी वो साडे कोल कोण दे नाल वाली भुजा जिहड़ी वो वड्डी सी, AB वड्डी सी ते AC छोटी सी। ठीक है, दूजी स्थिति दे विच जिहड़ी भुजा कोण दे नाल वाली है वो छोटी है ते जिहड़ी दूजी दिते होए कोण दे नाल वाली भुजा जिहड़ी छोटी है ते दूसरी जिहड़ी भुजा है इस दे सामने वाली वो भुजा जिहड़ी वड्डी सानू दित्ती गई है। ठीक है, हुण असीं इस दे रचना दे पग जिहड़े वो सारे एक एक करके लिखांगे। स्थिति 2, ਜਦੋਂ AC ਭੁਜਾ ਵੱਡੀ है AB ਤੋਂ। ठीक है, ਭਾਵ AC ਘਟਾਓ AB ਦਿੱਤਾ है। ठीक है, तो इस स्थिति ਦੇ ਵਿੱਚ ਆਪਾਂ रचना ਦੇ ਪਗ ਜਿਹੜੇ ਉਹ ਲਿਖਾਂਗੇ। रचना ਦੇ ਪਗ सब तो पहला साडे कोल होएगा कि आधार BC खिंचो बिंदु B उत्ते दिता होया कोण बनाउंदी एक किरण दिता होया कोण बनाउंदी एक किरण BX खिंचो। ठीक है, तो ये कोण बनाउंदी हुई किरण BX आपां खिंचांगे B कोण जो भी सानू दिता होएगा। इस तो बाद अगला स्टैप असीं की करना है कि उल्ट दिशा दे विच वधी हुई BX किरण दे विचों असीं जो अंतर सानू दिता होया AC घटाओ AB इहदे बराबर इहदे समान लंबाई दा एक रेखाखंड BD कट करांगे। ठीक है, तो दूसरा जिहड़ा पॉइंट है साडे कोल दूसरा पद है कि उल्ट दिशा विच उल्ट दिशा विच वधी हुई किरण BX विचों AC माइनस AB दे बराबर या दे समान रेखाखंड BD कटो। रेखाखंड BD कटो। ठीक है, तीसरा पॉइंट साडे कोल होएगा DC ਨੂੰ ਮਿਲਾਓ ਅਤੇ DC ਦਾ ਲੰਬ ਸਮਦੁਭਾਜਕ ਖਿੱਚੋ। DC ਨੂੰ ਮਿਲਾਓ ਅਤੇ DC ਦਾ ਲੰਬ ਸਮਦੁਭਾਜਕ खिंचो।
ਮੰਨ ਲਓ ਇਹ ਲੰਬ ਸਮਦੁਭਾਜਕ ਕਿਰਨ BX ਨੂੰ ਬਿੰਦੂ A ਉੱਤੇ ਕੱਟਦਾ ਹੈ। ਮੰਨ ਲਓ ਇਹ ਲੰਬ ਸਮਦੁਭਾਜਕ ਕਿਰਨ BX ਨੂੰ बिंदु A ते कटदा है। तो अगला पॉइंट साडे कोल होएगा A ਅਤੇ C ਨੂੰ ਮਿਲਾਓ। A ਤੇ C ਨੂੰ ਜੁਆਇਨ ਕਰਨ ਦੇ ਨਾਲ ਇਹ ਤ੍ਰਿਭੁਜ ABC ਸਾਡੇ ਕੋਲ ਲੋੜੀਂਦੀ ਤ੍ਰਿਭੁਜ ਬਣ ਜਾਏਗੀ। AC ਨੂੰ ਮਿਲਾਓ। त्रिभुज ABC ही लोड़ींदी त्रिभुज है। त्रिभुज ABC ही लोड़ींदी त्रिभुज है। ठीक है विद्यार्थियों, तो जो ਸਾਨੂੰ ਇੱਕ ਆਧਾਰ ਦੇ ਉੱਤੇ ਇੱਕ ਕੋਣ ਅਤੇ ਬਾਕੀ ਦੋ ਭੁਜਾਵਾਂ ਦਾ ਅੰਤਰ ਦਿੱਤਾ ਹੋਵੇ ਤਾਂ ਦੋਨੋਂ ਸਥਿਤੀਆਂ ਦੇ ਵਿੱਚ ਕਿਵੇਂ ਅਸੀਂ ਤ੍ਰਿਭੁਜ ਦੀ ਰਚਨਾ ਕਰਨੀ ਹੈ ਤੇ ਉਹਦੇ ਰਚਨਾ ਦੇ ਪਗ ਲਿਖਣੇ ਨੇ ਉਹ ਅਸੀਂ ਸਿੱਖਿਆ ਹੈ। ਇਸ ਤੋਂ ਬਾਅਦ ਅਸੀਂ ਇਸੇ ਹੀ ਰਚਨਾ ਦੇ ਉੱਤੇ ਆਧਾਰਿਤ ਇੱਕ ਸਵਾਲ ਵੀ ਕਰਾਂਗੇ। तो सवाल साडे कोल है त्रिभुज ABC ਦੀ ਰਚਨਾ ਕਰੋ ਜਿਸ ਵਿੱਚ BC ਆਧਾਰ ਜਿਹੜਾ ਸਾਨੂੰ 8 ਸੈਂਟੀਮੀਟਰ ਦਿੱਤਾ ਹੋਇਆ ਹੈ और आधार का कोण B 45 डिग्री ਅਤੇ AB घटाओ AC 3.5 ਸੈਂਟੀਮੀਟਰ है। इत्थे AB घटाओ AC ਜਿਹੜਾ ਹੈ ਉਹ 3.5 ਸੈਂਟੀਮੀਟਰ ਦਾ ਭਾਵ ਹੈ ਕਿ ਆਧਾਰ ਵਾਲਾ ਜਿਹੜਾ ਕੋਣ ਸਾਨੂੰ ਦਿੱਤਾ ਗਿਆ ਹੈ ਉਹਦੇ ਨਾਲ ਵਾਲੀ ਭੁਜਾ ਸਾਨੂੰ ਵੱਡੀ ਦਿੱਤੀ ਗਈ ਹੈ। ਤਾਂ ਇਹ ਸਾਡੇ ਕੋਲ ਪਹਿਲੀ ਸਥਿਤੀ ਹੈ। ਜਿਹੜੀਆਂ ਦੋ ਸਥਿਤੀਆਂ ਆਪਾਂ ਕੀਤੀਆਂ ਨੇ ਉਹਦੇ ਵਿੱਚੋਂ ਪਹਿਲੀ ਸਥਿਤੀ ਦੀ ਰਚਨਾ ਸਾਡੇ ਕੋਲੇ ਹੋਏਗੀ। ठीक है, तो आओ सब तो पहला ਅਸੀਂ ਜਿਹੜੀ ਰਚਨਾ ਹੈ ਉਹਨੂੰ ਦੇਖਦੇ ਹਾਂ ਕਿਵੇਂ ਅਸੀਂ ਕਰਨੀ ਹੈ ਇਸ ਤ੍ਰਿਭੁਜ ਦੀ ਰਚਨਾ, ਫਿਰ ਰਚਨਾ ਦੇ ਪਗ ਅਸੀਂ ਲਿਖਾਂਗੇ। ਸੋ ਵਿਦਿਆਰਥੀਓ ਦਿੱਤੀ ਹੋਈ ਤ੍ਰਿਭੁਜ ਦੀ ਰਚਨਾ ਕਰਨ ਦੇ ਲਈ ਸਭ ਤੋਂ ਪਹਿਲਾਂ ਦਿੱਤਾ ਹੋਇਆ ਆਧਾਰ ਜਿਹੜਾ ਹੈ ਆਪਣੇ ਕੋਲ BC 8 ਸੈਂਟੀਮੀਟਰ ਉਹ ਅਸੀਂ ਖਿੱਚਾਂਗੇ। ठीक है, तो ये साढ़े कोल त्रिभुज का लोड़ींदा आधार है BC और इसकी लंबाई सानू जिहड़ी है वो 8 सैंटीमीटर ਦਿੱਤੀ ਗਈ है। इस तो बाद बिंदु B ਤੇ ਜਿਹੜਾ ਕੋਣ ਹੈ ਉਹ 45 डिग्री ਦਾ ਬਣਦਾ है ਤੇ ਅੰਤਰ ਜਿਹੜਾ ਸਾਨੂੰ AB ਮਾਈਨਸ AC ਦਿੱਤਾ ਹੋਇਆ ਭਾਵ ਕਿ B ਕੋਣ ਦੇ ਨਾਲ ਵਾਲੀ ਭੁਜਾ ਜਿਹੜੀ ਵੱਡੀ ਹੈ तो ਇਹ ਸਾਡੇ ਕੋਲ ਪਹਿਲੀ ਸਥਿਤੀ ਵਾਲੀ ਰਚਨਾ ਹੋਏਗੀ। ठीक है, तो ਹੁਣ ਅਸੀਂ B ਬਿੰਦੂ ਤੇ 45 डिग्री ਦਾ ਕੋਣ ਜਿਹੜਾ ਬਣਾਵਾਂਗੇ। ਪ੍ਰਕਾਰ ਦੀ ਮਦਦ ਦੇ ਨਾਲ ਅਸੀਂ ਕੋਣ ਬਣਾ ਸਕਦੇ ਹਾਂ। सब तो पहला असी 90 डिग्री का कोण बनाने के लिए रचना जी है वो करा। फिर असी 90 डिग्री का कोण का जो अध करा तो वो साढ़े कोल 45 डिग्री का कोण बन जाएगा। ये कोण सानू पूरा बनाने की लोड़ नहीं है, सानू सिर्फ इत्थे जिहड़ा बिंदु चाहिए। ठीक है, जिहड़ा कि 90 डिग्री वाली भुजा इत्थे आम जिहड़ी बनेगी वो इस सांप नू जिस बिंदु ते कटेगी। ठीक है, तो ये बिंदु जोड़ा है इस बिंदु तो असी इन्होंने दोनों की वरतों करके इस कोण का 90 डिग्री कोण का अध करांगे तो 45 डिग्री का कोण जोड़ा बना लवांगे। इस काट बिंदु नू B दे नाल ज्वाइन करांगे असी। हाँ जी, तो ये साढ़े कोल किरण BX जी बन जाती है। ठीक है, इस तो बाद जो दोनों भुजावां का अंतर है साढ़े कोल AB घटाओ AC सानू 3.5 सैंटीमीटर दिता है।
ठीक है। तो प्रकार का मूँह असी 3.5 सेंटीमीटर 3.5 सेंटीमीटर जोड़ा खो लवांगे। ठीक है। तो इस ढंग के नाल स्केल की मदद के नाल असी जोड़ा चैक कर सकते हैं। तो बी तो असी बी डी रेखाखंड 3.5 सेंटीमीटर का लंबा एक जोड़ा कटांगे बी एक्स किरण दे विचों। ठीक है। तो ये बिंदु साडे कोल जोड़ा बिंदु डी है और इस बी डी की जी लंबाई है वो साडे कोल 3.5 सेंटीमीटर है। ठीक है। तो जोड़ा कोण है ये असी 45 डिग्री का बनाया है। इस तो बाद डी और सी नूं ज्वाइन करांगे आपां। डी नूं सी नाल मिलाओ। ठीक है बच्चों। तो हुण डी सी का लंब समदुभाजक खिंचया जाएगा। डी सी का लंब समदुभाजक खिंचण के लिए असी की करांगे, बिंदु सी और डी नूं केंद्र मन के सी डी के अध तो थोड़ी ज़्यादा प्रकार खोल के दोनों पासे असी चापा लगावांगे डी सी दे। ठीक है। इस ढंग के नाल बिंदु डी तो ये दोनों काट बिंदुओं को जो असी मिलावांगे तो साडे कोल डी सी रेखाखंड का लंब समदुभाजक जोड़ा बन जाएगा। ये लंब समदुभाजक बी एक्स किरण नूं जिस बिंदु ते मिलता है उस बिंदु का नाम असी ए रख देंगे। ए ते सी नूं मिला देंगे। ठीक है बच्चों। तो ए बी सी जी है साडे कोल लोड़ींदी त्रिभुज बन जाती है जिस दे विच आधार साडे कोल बी सी है और कोण जड़ा बी है वो साडे कोल 45 डिग्री है। तो ए बी घटाओ ए सी वो साडे कोल 3.5 सेंटीमीटर रहेगा दोनों भुजावां का अंतर। हुण असी एक एक करके सारे रचना के जिहड़े पग है वो लिखांगे। हाँ जी। सब तो पहला आधार बी सी 8 सेंटीमीटर लंबा असी खिंचांगे। ठीक है। आधार बी सी 8 सम लंबा खिंचो। दूसरा पॉइंट बिंदु ए उत्ते 45 डिग्री का कोण बनाउंदी हुई एक किरण बी एक्स खिंचो। बी उत्ते 45 डिग्री का कोण बनाउंदी हुई एक किरण बी एक्स खिंचो। ठीक है। तो तीसरा स्टैप साडे कोल की होएगा, इस किरण बी एक्स दे विचों असी ए बी माइनस ए सी दे समान भाव के 3.5 सेंटीमीटर लंबा एक रेखाखंड बी डी कटांगे। किरण बी एक्स विचों ए बी माइनस ए सी दे समान भाव 3.5 सेंटीमीटर लंबा रेखाखंड बी डी कटो। ठीक है। इस तो बाद डी सी नूं मिलाओ अते डी सी का लंब समदुभाजक खिंचो। चौथा पग साडे कोल है डी सी नूं मिलाओ अते डी सी का लंब समदुभाजक खिंचो जो कि
ਕਿਰਨ BX ਨੂੰ ਬਿੰਦੂ A ਉੱਤੇ ਕੱਟੇ। ਠੀਕ ਹੈ ਵਿਦਿਆਰਥੀਓ, ਤਾਂ DC ਦਾ ਜਿਹੜਾ ਸਾਡੇ ਕੋਲ ਲੰਬ ਸਮ ਤੋਂ ਭਾਜਕ ਹੋਏਗਾ ਇਹ BX ਨੂੰ ਜਿਸ ਬਿੰਦੂ ਤੇ ਕੱਟੇਗਾ ਉਹਦਾ ਨਾਮ ਅਸੀਂ ਇਹ ਰੱਖਾਂਗੇ। ਇਸ ਤੋਂ ਬਾਅਦ AC ਨੂੰ ਮਿਲਾ ਦਿਆਂਗੇ ਤੇ ABC ਸਾਡੇ ਕੋਲ ਲੋੜੀਂਦੀ ਤ੍ਰਿਭੁਜ ਬਣ ਜਾਏਗੀ। ਤਾਂ ਪੰਜਵਾਂ ਪਦ ਸਾਡੇ ਕੋਲ ਇਹਦਾ ਹੋਏਗਾ AC ਨੂੰ ਮਿਲਾਓ। AC ਨੂੰ ਮਿਲਾਓ, ਤ੍ਰਿਭੁਜ ABC ਹੀ ਲੋੜੀਂਦੀ ਤ੍ਰਿਭੁਜ ਹੈ। ਠੀਕ ਹੈ ਵਿਦਿਆਰਥੀਓ, ਤਾਂ ਇਸ ਢੰਗ ਦੇ ਨਾਲ ਮੈਨੂੰ ਉਮੀਦ ਹੈ ਕਿ ਅੱਜ ਦੀਆਂ ਰਚਨਾਵਾਂ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ ਤੇ ਸਮਝਿਆ ਵੀ ਹੋਵੇਗਾ। ਅੱਜ ਦੇ ਲਈ ਇੰਨਾ ਹੀ। ਇਸ ਤੋਂ ਬਾਅਦ ਫਿਰ ਅਗਲੇ ਲੈਸਨ ਦੇ ਵਿੱਚ ਅਗਲੀਆਂ ਰਚਨਾਵਾਂ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।